ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਵਾਸੀ ਪ੍ਰਾਪਰਟੀਆਂ ਦੇ ਸ਼ੋਅ ਦੇ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੀ ਹੋਸਟ ਰਾਖੀ ਤੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਨੇ ਰੀਅਲ ਏਸਟੇਟ ਦੀ ਵੱਧ ਤੋਂ ਵੱਧ ਜਾਣਕਾਰੀ ਪੂਰੇ ਕੈਨੇਡਾ ਤੋਂ, ਜਿਹਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਭਾਵੇਂ ਤੁਸੀਂ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ, ਫਸਟ ਟਾਈਮ ਹੋਮ ਬਾਇਰਸ ਲਈ ਜਾਂ ਸੈਲਰਸ ਲਈ। ਕੋਈ ਵੀ ਜਾਣਕਾਰੀ ਹੋਵੇ ਜਾਂ ਤੁਸੀਂ ਕੋਂਡੋ ਖਰੀਦਣਾ ਹੋਵੇ, ਸੈਮੀ ਡਿਟੈਚਡ ਹਾਊਸ ਖਰੀਦਣਾ ਹੋਵੇ, ਡਿਟੈਚਡ ਹਾਊਸ ਖਰੀਦਣਾ ਹੋਵੇ ਜਾਂ ਕਿਸੇ ਵੀ ਤਰੀਕੇ ਦੀ ਇਨਵੈਸਟਮੈਂਟ ਕਰਨੀ ਹੋਵੇ, ਭਾਵੇਂ ਉਹ ਕਮਰਸ਼ੀਅਲ ਪ੍ਰੋਪਰਟੀਆਂ ਹੋਣ ਜਾਂ ਰੈਜ਼ੀਡੈਂਸ਼ੀਅਲ ਪ੍ਰੋਪਰਟੀਆਂ। ਤੇ ਜਿੱਦਾਂ ਕਿ ਅਸੀਂ ਤੁਹਾਨੂੰ ਆਲਰੇਡੀ ਪਹਿਲਾਂ ਵੀ ਇਹਦੇ ਬਾਰੇ ਐਪੀਸੋਡਸ ਦੇ ਚੁੱਕੇ ਨੇ, ਅੱਜ ਸੇਮ ਹੀ ਸਾਡੇ ਨਾਲ ਇੱਕ ਨਵੀਂ ਸ਼ਖਸੀਅਤ ਇਸ ਐਪੀਸੋਡ ਦੇ ਵਿੱਚ ਜੁੜਨ ਜਾ ਰਹੀ ਹੈ, ਜਿਨ੍ਹਾਂ ਨੇ ਬਹੁਤ ਹੀ ਛੋਟੇ ਜਿਹੇ ਸਮੇਂ ਦੇ ਵਿੱਚ ਇੰਨਾ ਨਾਮ ਬਣਾਇਆ ਹੈ ਆਪਣਾ ਇਸ ਫੀਲਡ ਦੇ ਵਿੱਚ। ਤੇ ਉਹਨਾਂ ਦਾ ਜਿਹੜਾ brokerage name that is very interesting, that is #homes। ਸੋ ਆਓ ਅਸੀਂ ਚੱਲਦੇ ਹਾਂ ਰਾਹੁਲ ਕਸ਼ਯਪ ਦੇ ਕੋਲ, ਜਿਨ੍ਹਾਂ ਦੀ ਇਹ brokerage ਹੈਗੀ ਆ, ਤੇ ਉਹਨਾਂ ਤੋਂ ਪੁੱਛਦੇ ਆ ਉਹਨਾਂ ਦੀ ਜਰਨੀ ਬਾਰੇ ਤੇ ਆਫ ਕੋਰਸ ਇਸ ਨੇਮ ਦੀ ਪਿੱਛੇ ਬਾਰੇ ਕਿ ਇਹ ਨੇਮ ਉਹਨਾਂ ਨੇ ਕਈ ਰੀਜ਼ਨ ਸਮਝ ਕੇ, ਕੀ ਸੋਚ ਕੇ ਉਹਨਾਂ ਨੇ ਇਹ ਨੇਮ ਰੱਖਿਆ ਸੀਗਾ। ਸਤਿ ਸ਼੍ਰੀ ਅਕਾਲ ਰਾਹੁਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ। ਜੀ ਰਾਖੀ ਜੀ, ਤੁਹਾਨੂੰ ਤੇ ਸਾਡੇ ਸਾਰੇ ਸ਼ਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਸਰ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਜੋ ਤੁਹਾਡਾ brokerage ਦਾ ਨੇਮ ਆ #homes, that is really very interesting, so what is the main reason behind it? ਦੇਖੋ, once we all know ਕਿ ਜਿਹੜੇ ਅੱਜ ਕੱਲ anything that trends in the market ਉਹਦੇ ਨਾਲ ਉਹ hashtag ਲੱਗਦਾ ਹੈਗਾ। ਜੀ। So when we were trying to come up with a name for our brokerage, ਅਸੀਂ ਸੋਚਿਆ ਕਿਹੜੀ ਇਦਾਂ brokerage ਅਸੀਂ ਲੈ ਕੇ ਆਈਏ ਜਿਹੜਾ ਥੋੜੀ ਜਿਹੀ ਵੱਖਰੀ ਹੋਏ, ਨਾਲੇ ਉਹ ਟ੍ਰੈਂਡ ਕਰੇ ਮਾਰਕੀਟ ਦੇ ਵਿੱਚ। So #homes real estate Inc, that's where this started from। ਓਕੇ, ਸੋ ਸਰ ਮੈਂ ਤੁਹਾਡੀ ਇਹਦੇ ਬਾਅਦ ਆਪਣਾ ਥੋੜਾ ਜਰਨੀ ਬਾਰੇ ਪੁੱਛਣਾ ਚਾਹੂੰਗੀ ਵੀ ਤੁਹਾਡੀ ਜਰਨੀ, ਹਾਊ ਯੂ ਸਟਾਰਟਡ ਇਨ ਰੀਅਲ ਏਸਟੇਟ ਮਾਰਕੀਟ? Well, real estate market ਦੇ ਵਿੱਚ ਮੈਂ actually ਪਿਛਲੇ 5 ਸਾਲ ਤੋਂ ਹੈਗਾ, like this January will be 5 years for me, but I'll just give you a bit of my background. I come from an immigrant family. We came in 1999 ਦੇ ਵਿੱਚ ਆਏ ਸੀਗੇ ਆਪਾਂ, and you know we all started from where everyone starts from. So we have seen that growth and that journey in our life. ਨਾਲੇ ਉਹਦੇ ਨਾਲ ਹੀ ਮੇਰੀ ਐਜੂਕੇਸ਼ਨ ਜਿਹੜੀ ਹੈਗੀ ਉਹ ਇੱਥੇ ਦੀ ਆ। I went to Ryerson University, ਜਿਹਦੇ ਵਿੱਚ I did accounting major, finance minor. ਫਿਰ ਉਹਦੇ ਬਾਅਦ I was working with the bank, so ਮੈਂ TD Bank ਦੇ ਨਾਲ ਸੀਗਾ almost for 9 years, and ਉੱਥੇ I started from the front level, which was the teller side, and then ਫਿਰ ਉਹਦੇ ਨਾਲ ਹੀ ਅੱਗੇ ਥੋੜਾ move ਹੋਏ, got into the management role, ਤੇ finally ਜਿਹੜਾ ਮੇਰਾ last role ਸੀਗਾ ਉਹ ਸੀਗਾ branch manager trainee ਦਾ। So I did that last role, and end of 2015 ਦੇ ਵਿੱਚ ਜਿਹੜੀ ਮੇਰੀ ਪਿਛਲੀ brokerage ਸੀਗੀ, ਉਹਨਾਂ ਦੇ broker Reckitt, he reached out to me, and he was the reason, he persuaded me ਕਿ ਤੁਸੀਂ ਤੁਹਾਡੇ ਕੋਲ license ਹੈਗਾ। He found out about it, he said ਕਿ you should come and try this, give it a shot। ਪਹਿਲਾਂ ਤਾਂ ਮੈਂ ਉਹਨਾਂ ਨੂੰ ਨਾ ਕਿਹਾ ਸੀਗਾ, but finally I gave in to his request, so that's how it started। January 2016 ਦੇ ਵਿੱਚ ਮੈਂ join ਕੀਤੀ ਸੀਗੀ real estate, and here we are today। Yeah, so what all difficulties, ਕਿਹੜੀਆਂ ਉਹ ਸਾਰੀਆਂ ਕਠਿਨਾਈਆਂ ਨੇ ਜੋ ਤੁਸੀਂ ਫੇਸ ਕੀਤੀਆਂ? ਬਿਕਾਜ਼ ਐਜ਼ ਵੀ ਆਲ ਨੋ, ਅਸੀਂ ਕੋਈ ਵੀ ਕੰਮ ਸਟਾਰਟ ਕਰਦੇ ਹਾਂ ਤੇ ਆਫ ਕੋਰਸ ਸਾਨੂੰ ਹਰਡਲਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸੋ what all difficulties you faced? ਦੇਖੋ, as any new real estate broker ਜਾਂ agent ਜਿਹੜੇ ਹੈਗੇ ਮਾਰਕੀਟ ਦੇ ਵਿੱਚ, and everybody can relate to this, ਪਹਿਲੀ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ learning the business। ਤਾਂ ਉਹ ਜਿਹੜਾ business the trick of the trades ਜਿਹਨੂੰ ਆਪਾਂ ਕਹਿੰਦੇ ਆ, ਜਦ ਤੱਕ ਉਹ ਨਹੀਂ ਸਿੱਖਦੇ you won't get to do deals properly। ਤਾਂ it takes time। ਮੇਰੇ ਨਾਲ ਵੀ ਉਹ struggle ਸੀਗੀ, it took me a while to get to where I am today, but just like anybody else, you have to put in your hard work, you have to put in your dedication, but one thing I will say that makes anybody successful, you have to be loyal to your clients। ਜੇ ਤੁਸੀਂ ਆਪਣੇ clients ਦਾ ਭਲਾ ਨਹੀਂ ਚਾਹੋਗੇ ਜਾਂ ਉਹਨਾਂ ਦੇ ਬਾਰੇ ਨਹੀਂ ਸੋਚੋਗੇ, you will not succeed in life। ਜੀ ਬਿਲਕੁਲ। ਸੋ ਕਿਹੜੀਆਂ ਹੋਰ ਚੀਜ਼ਾਂ ਨੇ ਤੁਸੀਂ ਜਿੱਦਾਂ ਬਿਜ਼ਨਸ ਸਟਾਰਟ ਕੀਤਾ, ਸੋ ਤੁਸੀਂ ਕਿਹੜੀ ਮੇਨ ਸਪੈਸ਼ਲਾਈਜੇਸ਼ਨ ਕੋਈ ਹੈਗੀ ਹੈ ਤੁਹਾਡੀ, ਜਾਂ ਤੁਸੀਂ ਆਲ ਓਵਰ ਸਾਰੇ ਏਰੀਆਜ਼ ਕਵਰ ਕਰਦੇ ਹੋ ਰੀਅਲ ਏਸਟੇਟ ਦੇ ਵਿੱਚ? ਜਿਹੜੀ ਮੇਰੀ ਪਰਸਨਲ ਸਪੈਸ਼ਲਾਈਜੇਸ਼ਨ ਹੈਗੀ ਆ, ਆਈ ਸਪੈਸ਼ਲਾਈਜ਼ ਇਨ ਪ੍ਰੀ ਕੰਸਟਰਕਸ਼ਨ। ਤਾਂ ਜਿਹੜੇ ਵੀ ਸਾਡੇ ਬਿਲਡਰਸ ਹੈਗੇ ਆ, ਲਕੀਲੀ I've had the opportunity to work with all of them, and ਉਹਦੇ ਕਰਕੇ ਹੀ ਸਾਨੂੰ ਜਿਹੜਾ ਪਲੈਟੀਨਮ ਐਕਸੈਸ ਅਸੀਂ ਕਹਿੰਦੇ ਆ, like the first access in the projects, we get that। so ਜਿਹੜੀ ਸਾਡੀ ਮੇਰਾ ਐਕਸੈਸ ਹੈਗਾ ਜਾਂ brokerage ਦਾ ਐਕਸੈਸ ਹੈਗਾ, we get the first round access with pretty much all the builders that are GTA ਦੇ ਵਿੱਚ ਹੈਗੇ ਆ, in even outskirts। so ਜੇ ਆਪਾਂ ਗੱਲ ਕਰੀਏ ਕਿੱਥੇ #homes ਕੰਮ ਕਰਦੇ ਹੈਗੇ or where do I work, we work all over Ontario। so we're not limited to GTA ਜਾਂ Toronto ਜਾਂ Brampton ਜਾਂ Mississauga। we work all over the places। ਚਾਹੇ ਤੁਸੀਂ condos ਲੈ ਲਓ, ਚਾਹੇ ਤੁਸੀਂ low rise ਦੇ ਵਿੱਚ town homes, semi detached homes ਲੈ ਲਓ,
we have access to all of them in pre-construction for our clients. ਜਿੱਦਾਂ ਕਿ ਰਾਹੁਲ ਕਸ਼ਯਪ ਜੀ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਰੀਅਲ ਸਟੇਟ ਦੇ ਬਿਜ਼ਨਸ ਦੇ ਵਿੱਚ ਆਲਮੋਸਟ 90 ਮਿਲੀਅਨ ਦਾ ਬਿਜ਼ਨਸ ਕਰ ਚੁੱਕੇ ਨੇ ਉਹ ਲਾਸਟ 5 ਸਾਲਾਂ ਦੇ ਵਿੱਚ ਤੇ ਉਹਨਾਂ ਨੇ ਆਪਣਾ ਕਾਫੀ ਨਾਮ ਬਣਾਇਆ ਉਹਨਾਂ ਕੋਲ ਕਾਫੀ ਪ੍ਰੋਜੈਕਟਸ ਨੇ ਅਸੀਂ ਇੱਥੇ ਹੀ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਦੇ ਬਾਅਦ ਦੁਬਾਰਾ ਮਿਲਾਂਗੇ ਤੁਹਾਨੂੰ ਤੇ ਉਹਨਾਂ ਤੋਂ ਹੋਰ ਜਾਣਕਾਰੀ ਲਵਾਂਗੇ ਨਵੇਂ ਪ੍ਰੋਜੈਕਟਸ ਉਹਨਾਂ ਕੋਲ ਕਿਹੜੇ-ਕਿਹੜੇ ਨੇ ਬ੍ਰੇਕ ਦੇ ਬਾਅਦ ਮੈਂ ਇੱਕ ਵਾਰ ਫੇਰ ਆਪਣੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪ੍ਰਵਾਸੀ ਪ੍ਰਾਪਰਟੀਜ਼ ਦੇ ਸ਼ੋਅ ਦੇ ਵਿੱਚ ਤੇ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਸੀਗੇ ਰਾਹੁਲ ਕਸ਼ਯਪ ਜੀ ਦੇ ਨਾਲ ਉਹਨਾਂ ਨਾਲ ਆਲਰੇਡੀ ਉਹਨਾਂ ਦੀ ਜਰਨੀ ਬਾਰੇ ਅਸੀਂ ਗੱਲ ਕਰ ਚੁੱਕੇ ਨੇ ਹੁਣ ਦੁਬਾਰਾ ਉਹਨਾਂ ਕੋਲ ਚੱਲਦੇ ਨੇ ਉਹਨਾਂ ਤੋਂ ਪੁੱਛਦੇ ਨੇ ਕੋਂਡੋ ਮਾਰਕੀਟ ਬਾਰੇ ਕਿ ਜੋ ਉਹਨਾਂ ਦੀ ਜਿੱਦਾਂ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਉਹਨਾਂ ਦੀ ਸਪੈਸ਼ਲਾਈਜੇਸ਼ਨ ਪ੍ਰੀ ਕੰਸਟਰਕਸ਼ਨ ਦੇ ਵਿੱਚ ਹੈਗੀ ਆ ਤੇ ਉਹਨਾਂ ਤੋਂ ਆਪਾਂ ਸਟਾਰਟ ਕਰਦੇ ਨੇ ਕੋਂਡੋ ਮਾਰਕੀਟ ਨੂੰ ਲੈ ਕੇ ਸਰ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਲੈਣਾ ਚਾਹੂੰਗੀ ਕੋਂਡੋ ਮਾਰਕੀਟ ਤੋਂ ਰਿਲੇਟਡ ਕਿ ਕੋਂਡੋ ਮਾਰਕੀਟ ਦੇ ਵਿੱਚ ਪ੍ਰੀ ਕੰਸਟਰਕਸ਼ਨ ਦਾ ਕੀ ਮਾਇਨਾ ਹੈਗਾ ਤੇ ਕਿੱਦਾਂ ਉਹ ਕਰਦੇ ਨੇ ਸਟਾਰਟ ਜੀ ਰਾਖੀ ਜੀ ਬੇਸਿਕਲੀ ਜਿਹੜੀ ਪ੍ਰੀ ਕੰਸਟਰਕਸ਼ਨ ਹੈਗੀ ਆ ਲੋਟ ਆਫ ਪੀਪਲ ਇਟ ਅਲਾਉਜ਼ them ਅਫੋਰਡੇਬਿਲਿਟੀ ਜੀ ਕਿਉਂਕਿ ਤੁਹਾਨੂੰ ਦੋ ਤਿੰਨ ਜਿਹੜੇ ਮੇਨ ਪੁਆਇੰਟਰਸ ਹੈਗੇ ਜਿਹੜੇ ਪ੍ਰੀ ਕੰਸਟਰਕਸ਼ਨ ਮੈਂ ਦੱਸ ਸਕਦਾ ਹੈਗਾ ਸਾਡੇ ਲਿਸਨਰਸ ਨੂੰ ਉਹ ਇਹ ਹੈਗੇ ਕਿ ਤੁਹਾਨੂੰ ਰਾਈਟ ਅਵੇ ਜਿਹੜੀ ਉਹਦੀ ਡਾਊਨ ਪੇਮੈਂਟ ਹੈਗੀ ਆ ਉਹ ਦੇਣੀ ਨਹੀਂ ਪੈਂਦੀ ਇਟਸ ਬ੍ਰੋਕਨ ਡਾਊਨ ਇਨਟੂ ਸਟੈਪਸ ਕਿ ਵੈਦਰ ਇਟਸ 1 year 2 years 3 year ਟਾਈਮਲਾਈਨ ਦੇ ਉੱਤੇ ਤੁਹਾਨੂੰ ਆਪਣੀ ਪੇਮੈਂਟ ਕਰਨੀ ਪੈਂਦੀ ਹੈ ਸੋ ਇਟ ਗਿਵਸ ਯੂ ਅ ਬਿਟ ਆਫ ਅ ਫਲੈਕਸੀਬਿਲਿਟੀ ਨਾਲੇ ਜਿਹੜੀ ਤੁਹਾਡੀ ਪ੍ਰਾਈਸ ਰੇਂਜ ਹੁੰਦੀ ਹੈਗੀ ਆ like I said, affordability factor. You're able to afford in pre-construction slightly better than resale. ਦੂਜੀ ਗੱਲ ਇਹ ਹੈਗੀ ਉਹਦੇ ਵਿੱਚ bidding wars ਨਹੀਂ ਹੈਗੀ right that we see in resale ਕਿ ਤੁਸੀਂ ਕੋਈ property like ਕੀਤੀ ਹੈਗੀ and there's other people who are liking it there's a bidding war so you avoid that in pre-construction as well ਜੇ ਆਪਾਂ condo market ਦੀ ਗੱਲ ਕਰੀਏ ਪਿਛਲੇ I would say within the 3 to 4 years there was a huge boom everybody was trying to go into condo market everybody's trying to buy it ਚਾਹੇ ਉਹ investment ਲਈ buy ਕਰਦੇ ਪਏ ਹੈਗੇ ਆ or they're buying it for their kids or for themselves to downsize ਕਿਉਂਕਿ ਹਰ ਇੱਕ ਦਾ ਇੱਕ ਵੱਖਰਾ reasoning ਹੈਗੀ ਆ why they want to buy this ਬਿਲਕੁਲ and ਉਹ ਥੋੜੇ ਅਫੋਰਡੇਬਲ ਵੀ ਹੁੰਦੇ ਨੇ as compared to ਜੇ ਅਸੀਂ ਘਰ ਵੱਲ ਜਾਈਏ ਬਿਲਕੁਲ but what we have seen in the last few months and I'm going to touch point on the COVID part since COVID has happened and we all know everybody's trying to sort of move towards the suburbs which is away from the downtown core ਤਾਂ ਜਿਹੜੇ ਹੁਣ even stats ਆਏ ਹੈਗੇ and Treb ਨੇ ਜਿਹੜੇ ਹੁਣ stats ਕੱਢੇ ਸੀਗੇ just a couple days ago what they have mentioned is Toronto ਜਿਹੜੇ condo market ਹੈਗੀ ਹੈ it has slowed down a bit but in my opinion I would say it's very temporary because there's a lot of factors because in the long run it is still one of those good options for you to invest into or to buy into for yourself for your kids or whoever you're looking to get into ਜੀ ਤੇ ਮੈਂ ਤੁਹਾਨੂੰ ਜਿੱਦਾਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਵੀ ਇਹਦੇ ਵਿੱਚ ਥੋੜੀ ਜੀ ਗਿਰਾਵਟ ਆਈ ਹੈ ਪਹਿਲਾਂ ਨਾਲੋਂ ਤੇ ਇਹਦੇ ਪਿੱਛੇ ਕੀ COVID-19 ਰੀਜ਼ਨ ਆ ਤੁਹਾਡੇ ਅਕੋਰਡਿੰਗਲੀ ਜਾਂ ਕੋਈ ਹੋਰ ਵੀ ਰੀਜ਼ਨਸ ਹੋ ਸਕਦੇ ਨੇ So the few reasons is the influx of units ਜਿਹੜੇ ਹੁਣ ਮਾਰਕੀਟ ਦੇ ਵਿੱਚ ਯੂਨਿਟਸ ਜਿਹੜੇ ਆ ਗਏ ਹੈਗੇ ਆ for whether it's for rental whether it's for resale market ਦੇ ਵਿੱਚ ਵੀ ਜਿਹੜੀ ਇਨਕਰੀਜ਼ ਹੋਈ ਹੈਗੀ ਲਿਸਟਿੰਗਸ ਦੇ ਵਿੱਚ ਉਹਦੇ ਕਰਕੇ ਪ੍ਰਾਈਸ ਐਡਜਸਟਮੈਂਟ ਹੋਈ ਹੈਗੀ and that's absolutely correct but is that going to last for long term again it's up for debate everybody has their own opinion about it mere hisab ਨਾਲ ਜਿਹੜਾ ਮੇਰਾ opinion ਹੈਗਾ I would say for the long run wise if we look at it it's still GTA Toronto ਦੀ ਜਿਹੜੀ market ਹੈਗੀ it's a very safe market to invest into over the long run time but again nobody has a crystal ball however ਜਿਹੜੇ ਅੱਜਕੱਲ projects ਆ ਰਹੇ ਹੈਗੇ ਆ and lot of our clients ਜਿਹੜੇ ਮੈਨੂੰ reach out ਕਰਦੇ ਹੈਗੇ ਆ they're actually looking for deals and that's a smart way to invest because ਹੁਣ ਲੋਕਾਂ ਨੂੰ ਵੀ ਪਤਾ ਹੈ ਕਿ ਜੇ ਤੁਸੀਂ ਹੁਣ ਡਾਊਨਟਾਊਨ ਦੇ ਵਿੱਚ ਇਨਵੈਸਟ ਕਰਨਾ ਹੈਗਾ ਉੱਥੇ 1200 ਤੋਂ ਲੈ ਕੇ 1500 1600 ਦੀ ਐਵਰੇਜ ਚੱਲਦੀ ਪਈ ਹੈਗੀ depending on how close you are to the core of downtown and like you mentioned affordability ਕਈ ਲੋਕਾਂ ਦੇ ਲਈ ਉਹ ਚੀਜ਼ ਥੋੜੀ ਮਹਿੰਗੀ ਪੈ ਜਾਂਦੀ ਹੈ so what they want to do is they want to find a better deal and what people have started doing is they've started looking outside of GTA so or even GTA as well outside of downtown core तो ਜਿਹੜੇ ਕਾਫੀ projects ਹੈਗੇ ਆ which are ranging between $850 ਤੋਂ ਲੈ ਕੇ $950 per square foot those have become more I would say attractive to the buyers okay ਤੇ ਨਾਲ ਜਿਹੜੇ ਪ੍ਰੀ ਕੰਸਟਰਕਸ਼ਨ ਦਾ ਤੁਸੀਂ ਆਲਰੇਡੀ ਮੈਂਸ਼ਨ ਕਰ ਦਿੱਤਾ ਆ ਤੇ ਉਹਦੇ ਇਲਾਵਾ ਮੈਂ ਤੁਹਾਨੂੰ ਪੁੱਛੂੰਗੀ ਵੀ ਜਿੱਦਾਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਵੀ ਕਈ ਇਨਵੈਸਟਰਸ ਵੀ ਇਨਵੈਸਟ ਕਰਦੇ ਨੇ ਕੋਂਡੋ ਮਾਰਕੀਟ ਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਜਿਹੜਾ ਰੈਂਟਿੰਗ ਪ੍ਰੋਪਰਟੀ ਤੁਸੀਂ ਰੈਂਟ ਆਊਟ ਕਰਦੇ ਹੋ ਤੇ ਇਜ਼ देयर ਐਨੀ ਸਕੋਪ ਕਿ ਤੁਸੀਂ ਰੈਂਟ ਆਊਟ ਪ੍ਰੋਪਰਟੀਜ਼ ਕਰਦੇ ਹੋ ਐਂਡ ਉਹ ਵਾਸ ਸਕੋਪ ਹੈਗਾ ਆ ਰੈਂਟ ਆਊਟ ਕਰਨ ਦਾ
ਜੇ ਜਿਹੜੇ ਇਨਵੈਸਟਰਸ ਨੇ ਉਹ ਲੈ ਕੇ ਜੇ ਰੈਂਟ ਆਊਟ ਕਰਦੇ ਨੇ ਉਹਦੇ ਉੱਤੇ ਜਾਂ ਤੁਹਾਡੇ ਮਾਰਕੀਟ ਦੇ ਉੱਤੇ ਤੁਹਾਡਾ ਜਿੱਦਾਂ ਪਹਿਲਾਂ ਮਾਰਕੀਟ ਚੱਲਦਾ ਹੁੰਦਾ ਸੀ ਹੁਣ ਕੋਵਿਡ-19 ਕਰਕੇ ਕਿੰਨਾ ਕੁ ਤੁਸੀਂ ਡਿਫਰੈਂਸ ਦੇਖਿਆ ਆ? ਜਿਹੜਾ ਡਾਊਨਟਾਊਨ ਕੋਰ ਹੈਗਾ ਲਾਈਕ ਆਈ ਮੈਂਸ਼ਨ देयर हैज़ अ स्लो डाउन ਤਾਂ ਉੱਥੇ ਇਵਨ ਰੈਂਟਲ ਦੇ ਹਿਸਾਬ ਨਾਲ ਵੀ ਮਾਰਕੀਟ ਐਡਜਸਟ ਹੋਈ ਹੈਗੀ ਆ ਐਂਡ that happens any time ਜਦ ਵੀ ਸਪਲਾਈ ਐਂਡ ਡਿਮਾਂਡ ਦਾ ਜਿਹੜਾ ਰੂਲ ਹੈਗਾ ਜਦ ਡਿਮਾਂਡ ਜ਼ਿਆਦਾ ਹੈਗੀ ਹੈ ਸਪਲਾਈ ਘੱਟ ਹੁੰਦੀ ਹੈ we know the prices go up ਜਦ ਸਪਲਾਈ ਜ਼ਿਆਦਾ ਹੋ ਜਾਂਦੀ ਹੈ ਐਂਡ ਡਿਮਾਂਡ ਥੋੜੀ ਜਿਹੀ ਰਿਡਿਊਸ ਹੁੰਦੀ ਹੈ that impacts the pricing and that's what we're seeing right now there's a huge number of supply out there and demand ਥੋੜੀ ਜਿਹੀ ਘੱਟ ਹੈਗੀ ਹੈ ਉਹਦੇ ਕਰਕੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ there's a bit of an adjustment ਇਹ ਥੋੜੇ ਟਾਈਮ ਦਾ ਪੀਰੀਅਡ ਹੈਗਾ ਮੇਰੇ ਹਿਸਾਬ ਨਾਲ but what we have to see is in the next coming months end of this year's quarter and then early spring next year. I think that's when we'll have a better understanding. But one thing I will touch point on that will keep market afloat, especially for Toronto, is the low interest rate. ਜਿਹੜੇ ਹੁਣ ਗੱਲ ਚੱਲਦੀ ਪਈ ਹੈਗੀ ਹੈ Bank of Canada is keeping the low interest rate. I think that's still keeping the market afloat for long term. And immigration is another factor. ਕਿ ਹੁਣ ਜਿਹੜੇ ਅਗਲੇ ਸਾਲ ਦੀ ਜਿਹੜੀ prediction ਹੈਗੀ almost 400,000 new immigrants are going to come in or they will try to bring them in. I think that is also going to play a key factor over the long run. And that's why I said ਕਿ ਜੇ ਤੁਸੀਂ long run ਦੇ ਵਿੱਚ ਦੇਖੋਗੇ Toronto ਤੇ GTA ਦੀ ਜਿਹੜੀ market ਹੈਗੀ ਆ that I still believe very closely it's one of the best places to invest into right now. and ਜਿੱਦਾਂ ਤੁਸੀਂ already mention ਕੀਤਾ ਵੀ ਹੁਣ ਇੰਟਰਸਟ ਰੇਟ ਵੀ ਘਟੇ ਹੋਏ ਨੇ ਐਂਡ ਆਫ ਕੋਰਸ ਜਿੱਦਾਂ ਸਪਲਾਈ ਜ਼ਿਆਦਾ ਹੈ ਬਟ ਡਿਮਾਂਡ ਘੱਟ ਹੈ ਉਹਦੇ ਕਰਕੇ ਐਡਜਸਟਮੈਂਟ ਇਜ਼ ਜ਼ਿਆਦਾ ਚਾਂਸਸ ਨੇ ਐਡਜਸਟਮੈਂਟ ਦੇ ਜਿਹਦੇ ਕਰਕੇ ਆਫ ਕੋਰਸ ਬਾਇਰਸ ਲਈ ਇੱਕ ਮੇਰੇ ਹਿਸਾਬ ਨਾਲ ਗੋਲਡਨ ਓਪਰਚੁਨਿਟੀ ਆ Absolutely. ਸੋ ਮੈਂ ਆਪਣੇ ਦਰਸ਼ਕਾਂ ਨੂੰ ਉਹੀ ਕਹੂੰਗੀ ਵੀ ਜਿੱਦਾਂ ਰਾਹੁਲ ਕਸ਼ਯਪ ਜੀ ਨੇ ਆਲਰੇਡੀ ਮੈਂਸ਼ਨ ਕੀਤਾ ਤੁਹਾਨੂੰ ਇਹਨਾਂ ਦੀ ਪ੍ਰੋਪਰਟੀਜ਼ ਬਾਰੇ ਵੀ ਇਹਨਾਂ ਨੇ ਦੱਸਿਆ ਕੋਂਡੋ ਮਾਰਕੀਟ ਬਾਰੇ ਵੀ ਜਿੱਦਾਂ ਕਿ ਹੁਣ ਤੁਸੀਂ ਸਭ ਜਾਣਦੇ ਹੋ ਵੀ ਮਾਰਕੀਟ ਦੇ ਵਿੱਚ ਸਪਲਾਈ ਜ਼ਿਆਦਾ ਹੈ ਬਟ ਡਿਮਾਂਡ ਉਸ ਚੀਜ਼ ਦੀ ਘੱਟ ਆ ਬਟ ਜਿਨ੍ਹਾਂ ਨੇ ਇਨਵੈਸਟਮੈਂਟ ਆਲਰੇਡੀ ਕਰਨੀ ਆ ਉਹਨਾਂ ਲਈ ਮੈਂ ਕਹੂੰਗੀ ਗੋਲਡਨ ਓਪਰਚੁਨਿਟੀ ਆ ਸਕਰੀਨ ਤੇ ਤੁਸੀਂ ਥੱਲੇ ਦੇਖ ਹੀ ਰਹੇ ਹੋਵੋਗੇ ਰਾਹੁਲ ਕਸ਼ਯਪ ਜੀ ਦੀ ਸਾਰੀ ਡਿਟੇਲਸ ਮੈਂਸ਼ਨ ਕੀਤੀਆਂ ਨੇ ਕੋਈ ਵੀ ਸਵਾਲ ਹੈ ਕੋਈ ਵੀ ਤੁਸੀਂ ਕਾਉਂਸਲਿੰਗ ਲੈਣੀ ਹੈ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਇਹਨਾਂ ਨੂੰ ਬੇਝਿਜਕ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਦਿੱਤੇ ਨੰਬਰ ਦੇ ਉੱਤੇ ਵੀ ਤੇ ਇਹਨਾਂ ਦੇ ਦਿੱਤੇ ਹੋਏ ਈਮੇਲ ਐਡਰੈਸ ਦੇ ਉੱਤੇ ਵੀ ਇਹ ਫ੍ਰੀ ਕਾਉਂਸਲਿੰਗ ਕਰਦੇ ਨੇ ਤੁਸੀਂ ਫ੍ਰੀ ਆਫ ਐਨੀ ਕੋਸਟ ਤੇ ਕੋਈ ਵੀ ਬਾਉਂਡੇਸ਼ਨ ਨਹੀਂ ਹੈ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਅਸੀਂ ਫਿਰ ਮੈਂ ਤੁਹਾਡਾ ਥੈਂਕ ਯੂ ਕਰੂੰਗੀ ਰਾਹੁਲ ਕਸ਼ਯਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸ਼ੋਅ ਦੇ ਉੱਤੇ ਤੇ ਮੈਂ ਤਾਂ ਆਪਣੇ ਦਰਸ਼ਕਾਂ ਤੋਂ ਵੀ ਇਜਾਜ਼ਤ ਮੰਗੂੰਗੀ ਹੁਣ ਤੇ ਅਸੀਂ ਫਿਰ ਅਗਲੇ ਵੀਕ ਮਿਲਾਂਗੇ ਰਾਹੁਲ ਕਸ਼ਯਪ ਜੀ ਦੇ ਨਾਲ ਤੇ ਇਹਨਾਂ ਦੇ ਨਾਲ ਹੋਰ ਗੱਲਬਾਤ ਕਰਾਂਗੇ ਧੰਨਵਾਦ #homes ਤੁਹਾਡੇ ਲਈ ਲੈ ਕੇ ਆ ਰਹੇ ਨੇ ਬੜੀ ਹੀ ਪ੍ਰੀਮੀਅਮ ਲੋਕੇਸ਼ਨ ਤੇ ਸਕਾਰਬਰੋ ਦੇ ਵਿੱਚ ਕਿੰਗਸਟਨ ਰੋਡਸ ਤੇ ਪਰਚ ਕੰਡੋਜ਼ ਜੋ ਕਿ ਫਰਮਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਡਿਵੈਲਪ ਕੀਤੀ ਜਾ ਰਹੀ ਹੈ ਤੇ ਇਹ ਹਜੇ ਪ੍ਰੀ ਕੰਸਟਰਕਸ਼ਨ ਦੇ ਸਟੇਟਸ ਵਿੱਚ ਹੈ ਤੇ ਜੇ ਅਸੀਂ ਏਰੀਆ ਵਾਈਜ਼ ਗੱਲ ਕਰੀਏ ਤਾਂ ਕੁਝ ਹੀ ਦੂਰੀ ਤੇ ਹਾਈਵੇ 401 ਹੈ ਯੂਨੀਵਰਸਿਟੀ ਆਫ ਟੋਰਾਂਟੋ ਗਿਲਡਵੁੱਡ ਗੋ ਸਟੇਸ਼ਨ ਸੈਂਟੇਨੀਅਲ ਕਾਲਜ ਵੀ ਕੁਝ ਹੀ ਕਦਮਾਂ ਦੀ ਦੂਰੀ ਤੇ ਨੇ ਤੇ ਜੇ ਇਹਨੂੰ ਲੈ ਕੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਤੁਸੀਂ ਲੋਕੇਸ਼ਨ ਇਹਦੀ ਚੈੱਕ ਕਰ ਸਕਦੇ ਨੇ ਇਹ ਪ੍ਰੋਜੈਕਟ ਦੇ ਵਿੱਚ 12 ਸਟੋਰੀਜ਼ ਨੇ ਤੇ ਜਿਹਦੇ ਵਿੱਚ 168 ਸੂਟਸ ਨੇ ਵੱਡੀ ਤੋਂ ਵੱਡੀ ਸਹੂਲੀਅਤ ਵੀ ਮਿਲੂਗੀ ਜਿਵੇਂ ਕਿ 24 ਘੰਟੇ ਕੰਕਰੇਜ ਲੌਬੀ ਲਾਉਂਜ ਫਾਇਰਸਾਈਡ ਲਾਉਂਜ ਪਾਰਸਲ ਸਟੋਰੇਜ ਰੂਮ ਸਟ੍ਰੋਲਰ ਪਾਰਕਿੰਗ ਵਾਈਨ ਟੇਸਟਿੰਗ ਰੂਮ ਵਰਕਸ਼ਾਪ ਰੂਮ ਪੈਟ ਸਪਾ ਵਰਕ ਸਪੇਸ ਤੇ ਵਾਈਫਾਈ ਲਾਉਂਜ ਇਹਦੇ ਨਾਲ ਕੋਂਡੋ ਬਿਲਡਿੰਗ ਦੇ ਬਿਲਕੁਲ ਬਾਹਰ ਬੱਚਿਆਂ ਦਾ ਖੇਡਣ ਲਈ ਅਲੱਗ-ਅਲੱਗ ਏਰੀਆ ਬਣੇ ਹੋਏ ਨੇ ਆਊਟਡੋਰ ਪੈਟ ਏਰੀਆ ਵਾਟਰ ਫੀਚਰਸ ਆਊਟਡੋਰ ਡਾਈਨਿੰਗ ਦੇ ਨਾਲ ਬਾਰਬੀਕਿਊ ਏਰੀਆ ਵੀ ਬਣੂਗਾ ਬਿਲਡਿੰਗ ਦੇ ਵਿੱਚ ਸੂਟਸ ਦੀ ਖਾਸੀਅਤ ਵੱਲ ਨਜ਼ਰ ਮਾਰਦੇ ਹਾਂ ਜਿਹਦੇ ਵਿੱਚ ਤੁਹਾਨੂੰ 9x10 ਦੇ ਸਮੂਥ ਫਿਨਿਸ਼ ਸੀਲਿੰਗ ਮਿਲੂਗੀ ਕੰਟੈਂਪਰੇਰੀ ਡਿਜ਼ਾਈਨ ਕਿਚਨ ਕੈਬਿਨੇਟਰੀ ਮਿਲੂਗੀ ਇੰਟੀਗ੍ਰੇਟਿਡ ਅੰਡਰ ਕੈਬਿਨੇਟ ਲਾਈਟਿੰਗ ਪ੍ਰੀ ਫਿਨਿਸ਼ਡ ਵਾਈਨਲ ਫਲੋਰਿੰਗ ਯੂਰੋਪੀਅਨ ਸਟਾਈਲ ਸਟੇਨਲੈਸ ਸਟੀਲ ਫਿਨਿਸ਼ ਅਪਲਾਈਐਂਸਿਸ ਪੈਕੇਜ ਮਿਲੂਗਾ ਜਿਹਦੇ ਵਿੱਚ ਡਿਸ਼ਵਾਸ਼ਰ ਰੈਫਰੀਜਰੇਟਰ ਇੰਡੀਵਿਜੂਅਲੀ ਕੰਟਰੋਲਡ ਸੀਜ਼ਨਲ ਸੈਂਟਰ ਏਅਰ ਕੰਡੀਸ਼ਨਿੰਗ ਐਂਡ ਹੀਟਿੰਗ ਦਾ ਸਿਸਟਮ ਵੀ ਹੈਗਾ ਆ ਤੇ ਇਹਦੇ ਨਾਲ ਇਹਨਾਂ ਕੋਲ ਪਲੈਟੀਨਮ ਬ੍ਰੋਕਰਸ ਇਨਸੈਂਟਿਵ ਪਲਾਨਸ ਵੀ ਨੇ ਜਿਹਦੇ ਵਿੱਚ ਇਹਨਾਂ ਨੇ ਬਹੁਤ ਹੀ ਵਧੀਆ ਡਿਪੋਜ਼ਿਟ ਸਟਰਕਚਰ ਬਣਾਇਆ ਹੈ ਜਿਹਦੇ ਵਿੱਚ ਤੁਹਾਨੂੰ ਸਿਰਫ 5000 ਡਾਊਨ ਪੇਮੈਂਟ ਕਰਨੀ ਹੈ ਬੁਕਿੰਗ ਟਾਈਮ ਤੇ ਜੀ ਹਾਂ ਸਿਰਫ 5000 ਹੀ 5000 ਦੀ ਡਾਊਨ ਪੇਮੈਂਟ ਕਰਨ ਦੇ ਬਾਅਦ ਤੁਸੀਂ ਕੌਂਡੋਜ਼ ਬੁੱਕ ਕਰਾ ਸਕਦੇ ਹੋ ਤੇ ਉਹਦੇ ਬਾਅਦ ਬਚੇ ਹੋਏ ਬੈਲੈਂਸ ਦਾ 5% ਤੁਸੀਂ ਅਗਲੇ 30 ਦਿਨਾਂ ਦੇ ਵਿੱਚ ਕਰ ਸਕਦੇ ਹੋ ਇਸੇ ਤਰ੍ਹਾਂ ਇਹਨਾਂ ਨੇ 2022 ਤੱਕ ਤੁਹਾਡੇ ਤੋਂ ਟੇਕ ਓਵਰ ਹੋਣ ਤੱਕ ਟੋਟਿਆਂ ਦੇ ਵਿੱਚ ਪੈਸੇ ਲੈਣੇ ਨੇ
ਇਸੇ ਤਰ੍ਹਾਂ 2022 ਤੱਕ ਜਦੋਂ ਤੱਕ ਤੁਸੀਂ ਟੇਕ ਓਵਰ ਨਹੀਂ ਲੈ ਲੈਂਦੇ ਤੁਸੀਂ ਟੋਟਿਆਂ ਦੇ ਵਿੱਚ ਆਪਣੇ ਕੋਂਡੋ ਦੀ ਪੇਮੈਂਟ ਕਰ ਸਕਦੇ ਹੋ। ਤੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਕੈਪ ਡਿਵੈਲਪਮੈਂਟ ਚਾਰजेस ਦੀ ਤਾਂ ਉਹ ਵੀ ਤੁਸੀਂ 1+ ਬੈਡਰੂਮ ਦੀ ਸਿਰਫ $9,000 ਦੇਣੀ ਹੈ ਤੇ 2 ਜਾਂ ਉਸ ਤੋਂ ਵੱਧ ਬੈਡਰੂਮਸ ਦੀ ਤੁਸੀਂ ਸਿਰਫ $13,000 ਭਰਨੀ ਆ, ਜੋ ਕਿ ਆਮ $14,000 ਤੇ $18,000 ਹੁੰਦੀ ਨੇ। ਇਹਦੇ ਵਿੱਚ ਵੀ ਤੁਸੀਂ ਖਾਸਾ ਡਿਸਕਾਊਂਟ ਦੇਖ ਸਕਦੇ ਹੋ। ਤੇ ਇਸ ਤੋਂ ਵੱਡੀ ਗੱਲ ਅਸਾਈਨਮੈਂਟ ਫੀ ਕੋਈ ਵੀ ਨਹੀਂ ਹੈ। ਇਹਦੇ ਨਾਲ ਬਿਲਕੁਲ ਫ੍ਰੀ ਆਫ ਕੋਸਟ ਲੋਕਰਸ ਵੀ ਮਿਲਣਗੇ ਤੇ ਪਾਰਕਿੰਗ ਦੀ ਕੋਸਟ $50,000 ਤੋਂ ਘੱਟ ਕੇ ਅਸੀਂ ਤੁਹਾਨੂੰ $45,000 ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ। #homes ਤੁਹਾਡੇ ਲਈ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇ ਵੌਨ ਦੇ ਵਿੱਚ, ਜਿਹਦਾ ਨਾਮ ਹੈ ਅਬੇਜਾ ਡਿਸਟ੍ਰਿਕਟ ਕੌਂਡੋਜ਼ ਪ੍ਰੋਜੈਕਟ, ਜੋ ਕਿ ਕੋਟਲ ਗਰੁੱਪ ਦੁਆਰਾ ਡਿਵੈਲਪ ਕੀਤਾ ਜਾ ਰਿਹਾ ਹੈ। ਤੇ ਜੇ ਇਹ ਹਜੇ ਵੀ ਪ੍ਰੀ ਕੰਸਟਰਕਸ਼ਨ ਦੀ ਸਟੇਜ ਦੇ ਵਿੱਚ ਹੈ ਤੇ ਇਹ ਬਿਲਕੁਲ ਰਦਰਫੋਰਡ ਤੇ ਜੇਨ ਸਟਰੀਟ ਦੇ ਉੱਤੇ ਹੈ। ਇਹਦੀ ਕੰਪਲੀਸ਼ਨ 2023 ਤੱਕ ਕਰ ਦਿੱਤੀ ਜਾਵੇਗੀ। ਤੇ ਜੇ ਅਸੀਂ ਡਿਟੇਲ ਵਿੱਚ ਇਹ ਪ੍ਰੋਜੈਕਟ ਬਾਰੇ ਗੱਲ ਕਰੀਏ ਤਾਂ ਇਹਦੇ ਵਿੱਚ 3 ਟਾਵਰਸ ਨੇ ਜੋ ਕਿ ਬਹੁਤ ਹੀ ਮੇਨ ਲੋਕੇਸ਼ਨ ਤੇ ਬਣਨ ਜਾ ਰਹੇ ਨੇ, ਜਿਹਦੇ ਵਿੱਚ ਜਿੱਥੋਂ ਕੁਝ ਹੀ ਸਮੇਂ ਦੀ ਦੂਰੀ ਤੇ ਵੌਨ ਮਿਲਸ ਸ਼ਾਪਿੰਗ ਸੈਂਟਰ, ਕੈਨੇਡਾਜ਼ ਵੰਡਰਲੈਂਡ, ਯੂਨੀਅਨ ਸਟੇਸ਼ਨ, ਸਬਵੇ ਸਟੇਸ਼ਨ, ਗੈਸ ਸਟੇਸ਼ਨ, ਜੀ ਹਾਂ ਹੋਰ ਵੀ ਬਹੁਤ ਸਾਰੀ ਜਗ੍ਹਾਵਾਂ ਮੌਜੂਦ ਨੇ। ਇਹ ਬਿਲਕੁਲ ਹੀ ਪ੍ਰੀਮੀਅਮ ਲੋਕੇਸ਼ਨ ਦੇ ਵਿੱਚ ਆ ਰਿਹਾ ਹੈ। ਇੱਥੋਂ ਬਿਲਕੁਲ ਇਮੀਡੀਏਟ ਐਕਸੈਸ ਹੈ ਹਾਈਵੇ 400 ਦਾ, ਜੋ ਕਿ ਬਹੁਤ ਹੀ ਈਜ਼ੀ ਕਨੈਕਸ਼ਨ ਹੈ ਥਰੂ ਆਊਟਸ। ਤੇ ਨਾਲ ਹੀ ਇਹ ਲੋਕੇਸ਼ਨ ਤੋਂ ਤੁਹਾਨੂੰ ਸਿਰਫ 34 ਮਿੰਟਸ ਲੱਗਣੇ ਨੇ ਡਾਊਨਟਾਊਨ ਟੋਰਾਂਟੋ ਤੋਂ ਵੀ। ਯਾਰਕ ਯੂਨੀਵਰਸਿਟੀ ਸਟੂਡੈਂਟਸ ਲਈ ਵੀ ਇਹ ਸਿਰਫ 10 ਮਿੰਟ ਦੇ ਰਾਹ ਤੋਂ ਦੂਰ ਹੈ। ਬਹੁਤ ਹੀ ਵਧੀਆ ਲੋਕੇਸ਼ਨ ਤੇ ਮੌਜੂਦ ਨੇ। ਤੇ ਜਿੱਦਾਂ ਤੁਸੀਂ ਸਾਰੇ ਹੀ ਜਾਣਦੇ ਹੋ ਵੌਨ ਬਹੁਤ ਹੀ ਕੁਆਇਟ, ਪੀਸਫੁਲ ਤੇ ਹਰਾ ਭਰਾ ਇਲਾਕਿਆਂ ਵਿੱਚੋਂ ਇੱਕ ਇਲਾਕਾ ਹੈ, ਜਿਹਦੇ ਵਿੱਚ ਓਵਰ 10,000 ਏਕੜਸ ਆਫ ਗ੍ਰੀਨ ਸਪੇਸ ਮੌਜੂਦ ਹੈ। ਇਹ ਲੋਕੇਸ਼ਨ ਕੁਇਕਲੀ ਡਿਵੈਲਪਿੰਗ ਵੌਨ ਐਮਪਲੋਇਮੈਂਟ ਹਬਸ ਦੇ ਵੀ ਬਹੁਤ ਨੇੜੇ ਹੈ ਤੇ ਇਹ ਬਹੁਤ ਹੀ ਫੈਮਿਲੀ ਫ੍ਰੈਂਡਲੀ ਏਰੀਆ ਹੈ ਵਿਦ ਪਲੈਂਟੀ ਆਫ ਹਾਈ ਰੈਂਕਿੰਗ ਨੀਅਰ ਬਾਈ ਸਕੂਲਸ। ਹੁਣ ਨਜ਼ਰ ਮਾਰਦੇ ਹਾਂ ਕੁਝ ਸੂਟਸ ਫੀਚਰ ਦੇ ਉੱਤੇ। ਜੇ ਸੂਟਸ ਫੀਚਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਨੂੰ ਸਟੇਨਲੈਸ ਸਟੀਲ ਸਟੈਂਡਰਡ ਅਪਲਾਈਐਂਸਸ ਬਿਲਡਰ ਪੈਕੇਜ ਮਿਲੂਗਾ, ਜਿਹਦੇ ਵਿੱਚ ਡਿਸ਼ਵਾਸ਼ਰ, ਫ੍ਰਿਜ, ਕਨਵੀਨੀਅੰਸ ਤੇ ਲਾਂਡਰੀ। ਇਹਦੇ ਇਲਾਵਾ ਸਾਨੂੰ ਵੀਡੀਓ ਸਰਵੇਲੈਂਸ ਮਿਲੂਗੀ। ਉਹਦੇ ਨਾਲ ਸਾਨੂੰ ਕਿਚਨ ਐਂਡ ਬਾਥਰੂਮ ਕੈਬਿਨੇਟਰੀ ਵੀ ਪ੍ਰੋਵਾਈਡ ਕੀਤੀ ਜਾਊਗੀ ਤੇ ਨਾਲ ਰੂਮ ਐਂਡ ਲਾਂਡਰੀ ਮਾਡਰਨ ਟਾਈਲ ਫਲੋਰਿੰਗ ਵੀ ਹੋਊਗੀ। ਤੇ ਜੇ ਅਸੀਂ ਗੱਲ ਕਰੀਏ ਪ੍ਰਾਈਸ ਦੀ ਤਾਂ ਪ੍ਰਾਈਸ ਸਟਾਰਟਿੰਗ ਫਰੋਮ ਹਾਈ 300s ਤੇ ਉਹਦੇ ਨਾਲ ਹਰ ਇੱਕ ਟਾਵਰ ਦੇ ਵਿੱਚ 30 ਸਟੋਰੀਜ਼ ਬਣਨਗੀਆਂ। ਇਹਨਾਂ ਦੋਨਾਂ ਪ੍ਰੋਜੈਕਟਸ ਦੇ ਨਾਲ #homes ਇੱਕ ਹੋਰ ਮੇਨ ਟੋਰਾਂਟੋ ਦੇ ਵਿੱਚ ਕੌਂਡੋ ਲੈ ਕੇ ਆਏ ਨੇ, ਜੋ 200 ਮੈਨੀਟੋਬਾ ਸਟਰੀਟ ਟੋਰਾਂਟੋ ਯੂਨਿਟ ਨੰਬਰ 302 ਹੈ। ਇਹ ਬਹੁਤ ਹੀ ਗੋਰਜੀਅਸ ਸਾਊਥ ਫੇਸਿੰਗ 2 ਸਟੋਰੀ ਲੌਫਟ ਵਿਦ ਰੀਅਰ ਲੇਕ ਵਿਊਜ਼ ਹੈ। ਇਹਦੇ ਨਾਲ ਓਪਨ ਕਨਸੈਪਟ ਕਿਚਨ ਓਵਰਲੁਕਿੰਗ ਲਿਵਿੰਗ ਰੂਮ ਵਿਦ ਐਕਸੈਪਸ਼ਨਲ ਫਲੋਰ ਟੂ ਸੀਲਿੰਗ ਵਿੰਡੋਜ਼। ਤੇ ਇਹਨਾਂ ਗਰਮੀਆਂ ਦੇ ਵਿੱਚ ਹੀ ਅਪਗ੍ਰੇਡ ਕੀਤਾ ਗਿਆ ਹੈ ਵਿਦ ਸਟਨਿੰਗ ਕਸਟਮ ਬਿਲਟ fireplace, Berber carpet, underpad and glass wall in master, 4-piece in suite and beautiful walk-in closet. Brand new laminate flooring on main level, new kitchen faucet, brand new toilet, sink and faucet in the main bathroom. ਇਹ ਸਾਰੀਆਂ ਚੀਜ਼ਾਂ ਬਿਲਕੁਲ brand new upgrade ਕੀਤੀਆਂ ਗਈਆਂ ਨੇ। ਮੇਨ ਟੋਰਾਂਟੋ ਦੇ ਵਿੱਚ ਕੌਂਡੋ ਲੈ ਕੇ ਆਏ ਨੇ, ਜੋ 200 ਮੈਨੀਟੋਬਾ ਸਟਰੀਟ ਟੋਰਾਂਟੋ ਯੂਨਿਟ ਨੰਬਰ 302 ਹੈ। ਇਹ ਬਹੁਤ ਹੀ ਗੋਰਜੀਅਸ ਸਾਊਥ ਫੇਸਿੰਗ 2 ਸਟੋਰੀ ਲੌਫਟ ਵਿਦ ਰੀਅਰ ਲੇਕ ਵਿਊਜ਼ ਹੈ। ਇਹਦੇ ਨਾਲ ਓਪਨ ਕਨਸੈਪਟ ਕਿਚਨ ਓਵਰਲੁਕਿੰਗ ਲਿਵਿੰਗ ਰੂਮ ਵਿਦ ਐਕਸੈਪਸ਼ਨਲ ਫਲੋਰ ਟੂ ਸੀਲਿੰਗ ਵਿੰਡੋਜ਼। ਤੇ ਇਹਨਾਂ ਗਰਮੀਆਂ ਦੇ ਵਿੱਚ ਹੀ ਅਪਗ੍ਰੇਡ ਕੀਤਾ ਗਿਆ ਹੈ ਵਿਦ ਸਟਨਿੰਗ ਕਸਟਮ ਬਿਲਟ fireplace, Berber carpet, underpad and glass wall in master, 4-piece in suite and beautiful walk-in closet. Brand new laminate flooring on main level, new kitchen faucet, brand new toilet, sink and faucet in the main bathroom. ਇਹ ਸਾਰੀਆਂ ਚੀਜ਼ਾਂ ਬਿਲਕੁਲ brand new upgrade ਕੀਤੀਆਂ ਗਈਆਂ ਨੇ। ਮੇਨ ਟੋਰਾਂਟੋ ਦੇ ਵਿੱਚ ਕੌਂਡੋ ਲੈ ਕੇ ਆਏ ਨੇ, ਜੋ 200 ਮੈਨੀਟੋਬਾ ਸਟਰੀਟ ਟੋਰਾਂਟੋ ਯੂਨਿਟ ਨੰਬਰ 302 ਹੈ। ਇਹ ਬਹੁਤ ਹੀ ਗੋਰਜੀਅਸ ਸਾਊਥ ਫੇਸਿੰਗ 2 ਸਟੋਰੀ ਲੌਫਟ ਵਿਦ ਰੀਅਰ ਲੇਕ ਵਿਊਜ਼ ਹੈ। ਇਹਦੇ ਨਾਲ ਓਪਨ ਕਨਸੈਪਟ ਕਿਚਨ ਓਵਰਲੁਕਿੰਗ ਲਿਵਿੰਗ ਰੂਮ ਵਿਦ ਐਕਸੈਪਸ਼ਨਲ ਫਲੋਰ ਟੂ ਸੀਲਿੰਗ ਵਿੰਡੋਜ਼। ਤੇ ਇਹਨਾਂ ਗਰਮੀਆਂ ਦੇ ਵਿੱਚ ਹੀ ਅਪਗ੍ਰੇਡ ਕੀਤਾ ਗਿਆ ਹੈ ਵਿਦ ਸਟਨਿੰਗ ਕਸਟਮ ਬਿਲਟ fireplace, Berber carpet, underpad and glass wall in master, 4-piece in suite and beautiful walk-in closet. Brand new laminate flooring on main level, new kitchen faucet, brand new toilet, sink and faucet in the main bathroom.
ਇਹ ਸਾਰੀਆਂ ਚੀਜ਼ਾਂ ਬਿਲਕੁਲ ਬ੍ਰਾਂਡ ਨਿਊ ਅਪਗ੍ਰੇਡ ਕੀਤੀਆਂ ਗਈਆਂ ਨੇ।